ਦੋਸਤੋ, ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਪੰਜਾਬੀ ਟ੍ਰਿਬਿਊਨ ਦੇ ਪਾਠਕਾਂ ਅਤੇ ਵੇਲੇ ਦੀ ਗੱਲ ਦੇ ਦਰਸ਼ਕਾਂ ਨੂੰ ਗੁਰੂ ਨਾਨਕ ਦੇਵ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਦਾ ਦਿਨ ਕਿਸਾਨਾਂ ਲਈ ਬੜਾ ਇਤਿਹਾਸਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਸਾਲ ਬਾਅਦ ਤਕਰੀਬਨ ਕਿਸਾਨ ਵਿਰੋਧੀ ਖੇਤੀ ਕਾਨੂੰਨ ਸੀ ਉਹ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਹ ਹੁਣ ਮਜਬੂਰੀ ਸੀ ਕਿ ਸਰਕਾਰ ਨੂੰ ਗਲਤੀ ਦਾ ਅਹਿਸਾਸ ਹੋਇਆ ਹੈ। ਇਸ ਬਾਰੇ ਚਰਚਾ ਕਰਨਗੇ ਸਾਡੇ ਨਾਲ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਜਿਵੇਂ ਕਿ ਮੈਂ ਹੁਣੇ ਗੱਲ ਕੀਤੀ ਹੈ ਕਿ ਇਹ ਸਰਕਾਰ ਦੀ ਮਜਬੂਰੀ ਹੈ, ਕਿਉਂਕਿ ਜਾਂ ਉਹਦੀ ਇੱਕ ਪੈਂਤੜ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ਮਾफ़ੀ ਵੀ ਮੰਗੀ ਹੈ ਅਤੇ ਕਾਂਗਰਸ ਨੇ ਇਹ ਵੀ ਕਿਹਾ ਜੇ ਮਾफ़ੀ ਮੰਗੀ ਹੈ ਤਾਂ ਇਹਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ। ਜ਼ੁਲਮ ਕੀਤਾ, ਗੁਨਾਹ ਕੀਤਾ ਉਹਨੇ ਕੋਈ। ਤਾਂ ਇਹਦੇ ਬਾਰੇ ਤੁਸੀਂ ਅੱਜ ਦੇ ਜਿਹੜੇ ਮੋਦੀ ਉਹਨਾਂ ਦੇ ਐਲਾਨ ਹੈ ਤੋਂ ਕੀ ਤੁਸੀਂ ਲੈਂਦੇ ਹੋ? ਜੇਕਰ ਅਸੀਂ ਇੱਕ ਲੜੀਵਾਰ ਤੱਥਾਂ ਨੂੰ, ਘਟਨਾਵਾਂ ਨੂੰ ਅਤੇ ਪ੍ਰਧਾਨ ਮੰਤਰੀ ਦੇ ਅੱਜ ਦੇ ਭਾਸ਼ਣ ਨੂੰ ਜੋੜ ਕੇ ਦੇਖਦੇ ਹਾਂ ਸਾਰੀਆਂ ਚੀਜ਼ਾਂ ਨੂੰ, ਤਾਂ ਸਭ ਤੋਂ ਬੜੀ ਗੱਲ ਇਹੀ ਲੱਗਦੀ ਹੈ ਕਿ ਕੋਈ ਹਿਰਦੇ ਪਰਿਵਰਤਨ ਨਹੀਂ ਹੋਇਆ ਜਾਂ ਕੋਈ ਤਬਦੀਲੀ ਨਹੀਂ ਆਈ ਮਾਈਂਡਸੈਟ ਦੇ ਵਿੱਚ। ਇਹ ਸ਼ੀਅਰ ਦਿਖਾਈ ਦੇ ਰਿਹਾ ਕਿ ਉਹ ਦਬਾਅ ਦਾ ਨਤੀਜਾ ਹੈ, ਤਾਂ ਉਹ ਬਿਟਰਾ ਹੋਏ ਨੇ। ਤੁਸੀਂ ਦੇਖੋ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਪ੍ਰਧਾਨ ਮੰਤਰੀ ਇਹ ਤਾਂ ਨਹੀਂ ਮੰਨੇ ਨਾ ਅੱਜ ਦੀ ਸਪੀਚ ਤੱਕ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ। ਅੱਜ ਵੀ ਉਹਨਾਂ ਨੇ ਇਹੀ ਕਿਹਾ ਕਿ ਇਹ ਕਾਨੂੰਨ ਤਾਂ ਕਿਸਾਨਾਂ ਦੇ ਹਿੱਤ 'ਚ ਨੇ। ਕਰੋੜਾਂ ਕਿਸਾਨਾਂ ਨੇ ਇਹਦੇ ਲਈ ਹਾਂ ਵੀ ਕੀਤੀ ਹੈ, ਇਹਦੀ ਹਮਾਇਤ 'ਚ ਵੀ ਨੇ। ਪਰ ਇੱਕ ਗਰੁੱਪ ਜਿਹੜਾ ਹੈ, ਸਾਡੀ ਸ਼ਾਇਦ ਤਪੱਸਿਆ 'ਚ ਕੋਈ ਕਮੀ ਰਹੀ ਹੋਏਗੀ ਕਿ ਅਸੀਂ ਇੱਕ ਗਰੁੱਪ ਨੂੰ ਸਮਝਾਉਣ 'ਚ ਨਾਕਾਮਯਾਬ ਰਹੇ ਹਾਂ। ਇਹਦਾ ਮਤਲਬ ਅਪਰੋਚ ਅੱਜ ਵੀ ਉਹੀ ਹੈ। ਜੇ ਅੱਜ ਵੀ ਅਪਰੋਚ ਸੇਮ ਹੈ ਅਤੇ ਹੁਣ ਦੂਜੀ ਗੱਲ ਆਉਂਦੀ ਹੈ ਕਿ ਉਹ ਸੰਵੇਦਨਸ਼ੀਲਤਾ ਹੁੰਦੀ ਹੈ ਵੀ ਚਲੋ ਜੀ, ਕਿ ਫਿਰ ਵੀ ਮੇਰੀ ਗੱਲ ਚਾਹੇ ਠੀਕ ਹੈ, ਮੈਂ ਤੁਹਾਡੀ ਗੱਲ ਮੰਨਦਾ ਕਿਉਂਕਿ ਡੈਮੋਕ੍ਰੇਟਿਕ ਕੰਟਰੀ ਹੈ, ਜਮਹੂਰੀ ਕਦਰਾਂ ਕੀਮਤਾਂ 'ਚ ਮੈਂ ਯਕੀਨ ਰੱਖਦਾ। ਤਾਂ 700 ਕਿਸਾਨ ਮਰਨ ਤੋਂ ਬਾਅਦ, ਲਖੀਮਪੁਰ ਵਰਗੀ ਘਟਨਾ ਵਾਪਰਨ ਤੋਂ ਬਾਅਦ, ਇੱਦੋਂ ਪਹਿਲਾਂ ਦਿੱਲੀ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ GT ਰੋਡ ਪੱਟ ਦੇਣੀ, ਕਿੱਲਾਂ ਠੋਕ ਦੇਣੀਆਂ, ਵਾਟਰ ਕੈਨਨ ਯੂਜ ਕਰਨੀ ਹੈ, ਅਥਰੂ ਗੈਸ ਦੇ ਗੋਲੇ ਛੱਡਣੇ ਨੇ, ਅਤੇ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਅਰਬਨ ਨਕਸਲੀ, ਕਦੇ ਪਾਕਿਸਤਾਨ ਚੀਨ ਸਪੋਂਸਰ, ਕਦੇ ਖੱਬੇ ਪੱਖੀ ਬਨਾਮ ਪੰਥਕ, ਕਦੇ ਨੌਜਵਾਨ ਬਨਾਮ ਬੁੱਢੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਕਰਦੇ ਗਏ, ਲਗਾਤਾਰ ਕਰਦੇ ਗਏ, ਉਹ ਨਹੀਂ ਦਿਖਾਈ ਦੇ ਰਹੀਆਂ ਕਿ ਤੁਸੀਂ ਕੋਈ ਉਹਨੂੰ ਆਰਗੂਮੈਂਟ ਦੇ ਪੱਧਰ 'ਤੇ, ਦਲੀਲ ਦੇ ਪੱਧਰ 'ਤੇ ਹਜੇ ਤੱਕ ਮੰਨਣ ਲਈ ਤਿਆਰ ਹੋ। ਸ਼ਾਇਦ ਇਹੀ ਵਜ੍ਹਾ ਹੈ। ਪਹਿਲਾਂ ਇਹ ਲੱਗਦਾ ਸੀ ਕਿ ਅੰਦੋਲਨ ਥੱਕ ਜਾਊਗਾ, ਥੱਕ ਕੇ ਵਾਪਸ ਚਲੇ ਜਾਣਗੇ, ਪੈਸੇ ਖਰਚ ਇੰਨੇ ਹੋ ਜਾਣਗੇ, ਕੰਗਾਲ ਹੋ ਕੇ ਚਲੇ ਜਾਣਗੇ, ਜਾਂ ਵੈਸੇ ਹੀ ਹਤਾਸ਼ ਹੋ ਜਾਣਗੇ, ਨਿਰਾਸ਼ ਹੋ ਜਾਣਗੇ ਕਿ ਕੋਈ ਮੰਨਦਾ ਤਾਂ ਹੈ ਨਹੀਂ। ਪਰ ਉਹ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ, ਉਹ ਜਿਹੜੀਆਂ ਉਹਨਾਂ ਦੀਆਂ ਅੰਦਾਜ਼ੇ ਸੀ, ਉਹ ਗਲਤ ਸਾਬਤ ਹੋਏ ਨੇ। ਇਸੇ ਕਰਕੇ ਹੁਣ ਕਿਉਂ ਆ ਗਿਆ ਇਹ ਗੱਲ? ਕਿਉਂਕਿ ਕਿਹਾ ਜਾ ਰਿਹਾ ਸੀ ਕਿ ਇਦੋਂ ਪਹਿਲਾਂ ਕਿਸਾਨਾਂ ਨੇ ਜਿਹੜਾ ਪੈਂਤੜਾ ਲਿਆ ਸੀ, ਦੋਨਾਂ ਧਿਰਾਂ ਦੇ ਆਪਣੇ ਆਪਣੇ ਪੈਂਤੜੇ ਹੁੰਦੇ ਨੇ, ਕੋਈ ਸਿੱਧਾ ਪੈਂਦਾ, ਕੋਈ ਪੁੱਠਾ। ਕੁਦਰਤੀ ਇੱਕ ਤਰੀਕਾ ਹੈ। ਕਿਸਾਨ ਤਾਂ ਉਹਨਾਂ ਨੂੰ ਇਹ ਗੱਲ ਵੀ ਕਹਿੰਦੇ ਨੇ ਵੀ ਸਾਡੇ ਨਾਲ ਵਾਹਿਗੁਰੂ ਦੀ ਕਿਰਪਾ ਹੈ ਵੀ ਸਾਡਾ ਆਪਣੇ ਆਪ ਹੀ ਸਿੱਧਾ ਪੈਂਦਾ ਜਾਂਦਾ ਕੰਮ, ਕੋਈ ਉਹ ਗੱਲ ਨਹੀਂ। ਸਿਆਣਪ ਕਈ ਵਾਰ ਉਹਨਾਂ ਨਹੀਂ, ਉਹ ਕਹਿੰਦੇ ਸਾਡੀ ਕੰਮ ਕਰਦੀ। ਪਰ ਜਦੋਂ ਵੀ ਤੁਸੀਂ ਪੋਲੀਟੀਕਲ ਫਾਈਟ ਕਰ ਰਹੇ ਹੁੰਦੇ ਹੋ ਕਿਸੇ ਵੀ ਟਾਈਪ ਦੀ, ਕਿਸਾਨਾਂ ਨੇ 5 ਰਾਜਾਂ ਦੀ ਜਿਹੜੀ ਚੋਣ ਸੀ ਉਦੋਂ ਪੱਛਮੀ ਬੰਗਾਲ ਦੇ ਨਾਲ, ਉਦੋਂ ਫੈਸਲਾ ਲਿਆ ਕਿ ਲੱਗਦਾ ਕਿ ਇਹ ਵੈਸੇ ਸਾਡਾ ਜਿੰਨੇ ਮਰਜ਼ੀ ਬੈਠੇ ਰਹੀਏ, ਜੋ ਮਰਜ਼ੀ ਉਹ ਮੰਨਣਗੇ ਨਹੀਂ, ਇਹ ਸਿਆਸਤ ਤੋਂ ਚੱਲਦੇ ਨੇ। ਇਸ ਲਈ ਉਹਨਾਂ ਨੇ ਇੱਕ ਨਾਅਰਾ ਦਿੱਤਾ, ਵੋਟ ਦੀ ਚੋਟ, ਵੋਟ ਦੀ ਚੋਟ ਮਾਰੋ। ਅਤੇ ਇੱਥੋਂ ਗਏ ਪੱਛਮੀ ਬੰਗਾਲ 'ਚ ਵੀ ਵੱਖ-ਵੱਖ ਜਗ੍ਹਾ ਚਿੱਠੀਆਂ ਵੰਡ ਕੇ ਆਏ ਕਿ ਕਿਉਂ BJP ਨੂੰ ਹਰਾਉਣਾ ਜ਼ਰੂਰੀ ਹੈ, ਬਾਕੀ ਕਿਸੇ ਨੂੰ ਵੋਟ ਪਾ ਦਿਓ। ਅਤੇ ਬੰਗਾਲ ਦੇ ਵਿੱਚ ਕਿਸਾਨੀ ਦਾ ਕਿੰਨਾ ਅਸਰ ਰਿਹਾ ਨਹੀਂ, ਪਰ ਸਿੰਬੋਲਿਕ ਬਹੁਤ ਵੱਡਾ ਅਸਰ ਦੇਸ਼ ਦੇ ਵਿੱਚ ਜਾਂਦਾ ਹੈ। ਵੋਟਾਂ ਤਾਂ ਚਾਹੇ ਬੰਗਾਲ TMC ਦਾ ਆਪਣਾ ਇੱਕ ਦਬਦਬਾ ਸੀ, ਆਪਣਾ ਇੱਕ ਸਿਸਟਮ ਸੀ। ਉਦੋਂ ਬਾਅਦ ਫਿਰ ਦੁਬਾਰਾ ਆਇਆ ਜਦੋਂ ਉਹਨਾਂ ਨੇ ਵੋਟਰਜ਼ ਵਿਪ ਜਾਰੀ ਕੀਤੀ, ਜਦੋਂ ਇਹ ਪੈਰਲਲ ਮਤਵਾਜੀ ਸੰਸਦ ਵੀ ਲਾਈ। ਫਿਰ ਉਹਨਾਂ ਨੇ ਸੱਦਾ ਦਿੱਤਾ, ਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ। ਇੱਕ ਮੈਸੇਜ ਦਿੱਤਾ ਕਿ ਅਸੀਂ 2024 ਤੱਕ ਲੜਾਂਗੇ ਔਰ ਲੜ ਸਕਦੇ ਹਾਂ, ਕੋਈ ਐਡੀ ਗੱਲ ਨਹੀਂ। ਤੁਸੀਂ ਦੇਖ ਲਿਆ, ਜੇ ਆਹ ਸਾਲ ਲੜ ਸਕਦੇ ਹਾਂ ਤਾਂ ਅੱਗੇ ਵੀ ਲੜ ਸਕਦੇ ਹਾਂ। ਫਿਰ ਉਹਨਾਂ ਨੇ ਜਿਹੜਾ ਉਦੋਂ ਪਹਿਲਾਂ ਇੱਕ UP ਦੇ ਵਿੱਚ ਮੁਜ਼ੱਫਰਨਗਰ ਮਹਾਪੰਚਾਇਤ ਕੀਤੀ, ਉੱਥੇ ਇੱਕ ਨਾਅਰਾ ਦਿੱਤਾ BJP ਦੀ ਪੋਲੀਟਿਕਸ ਦੇ ਖਿਲਾਫ, ਜੇ ਤੋੜेंगे ਹਮ ਜੋੜेंगे। ਔਰ ਜਿਹੜਾ ਕਿਸਾਨ ਮੁਸਲਿਮ ਅਤੇ ਹਿੰਦੂ ਦੇ ਨਾਂ 'ਤੇ ਫਟ ਗਿਆ ਸੀ ਮੁਜ਼ੱਫਰਨਗਰ ਦੰਗਿਆਂ 'ਚ, ਉਹਦੇ ਘਰ ਘਰ ਜਾ ਕੇ ਬਹੁਤ ਸਖਤ ਮਿਹਨਤ ਕਰਕੇ ਉਹਨੂੰ ਦੁਬਾਰਾ ਜੋੜਿਆ ਗਿਆ ਕਿੱਤੇ ਦੇ ਤੌਰ 'ਤੇ। ਹੁਣ ਉਹ ਕਿਸਾਨ ਬਣ ਗਿਆ, ਉਹ ਮੁਸਲਿਮ, ਹਿੰਦੂ ਜਾਂ ਕੋਈ ਹੋਰ ਜਾਤ ਜਾਂ ਬਾਕੀ ਕਿਸੇ 'ਚ ਨਹੀਂ ਦਾਇਰੇ 'ਚ ਰਿਹਾ। ਅਤੇ ਜਿੱਡਾ ਵੱਡਾ ਉੱਥੇ ਇਕੱਠ ਸੀ,
ਉਦੋਂ ਬਾਅਦ ਵੀ ਕਹਿੰਦੇ ਨੇ ਕਿ ਉਹਨਾਂ ਨੇ ਸਰਵੇ ਬਹੁਤ ਕਰਾਏ ਨੇ ਕਿ ਸਾਡਾ ਵਜੂਦ ਕੀ ਹੈ, ਅਤੇ ਉਹ ਸਰਵਿਆਂ ਦੇ ਵਿੱਚ ਇਹ ਆਇਆ ਕਿ ਬਹੁਤ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਬੀਜੇਪੀ ਨੂੰ। ਅਤੇ ਉਹਦੇ ਤੋਂ ਵੀ ਅਗਲਾ ਰਿਜ਼ਲਟ ਆ 29 ਰਾਜਾਂ ਦੀਆਂ ਜਿਹੜੀਆਂ 10 ਰਾਜਾਂ ਦੀਆਂ 29 ਵਿਧਾਨ ਸਭਾਵਾਂ ਦੇ ਜ਼ਿਮਨੀ ਚੋਣਾਂ ਦੇ ਨਤੀਜੇ ਨੇ ਅਤੇ 3 ਪਾਰਲੀਮੈਂਟ ਦੇ ਨਤੀਜੇ ਨੇ, ਉਹਨਾਂ ਦਾ ਨਤੀਜਾ ਵੀ ਦੱਸਣ ਲੱਗ ਗਿਆ। ਕਿਸਾਨ ਅੰਦੋਲਨ ਇੱਕ ਜਗ੍ਹਾ ਵਜ੍ਹਾ ਉਹਦੀ ਵੱਡੀ, ਇਹਦੇ ਨਾਲ ਨਾਲ ਮਹਿੰਗਾਈ ਵੀ ਉਹਦੀ ਬਹੁਤ ਵੱਡੀ ਵਜ੍ਹਾ ਹੈ। ਜਿਹੜਾ ਤੇਲ ਡੀਜ਼ਲ ਦਾ ਅਤੇ ਪੈਟਰੋਲ ਦੀਆਂ ਕੀਮਤਾਂ ਦਾ ਸਵਾਲ ਹੈ, ਉਹਦੇ ਨਾਲ ਪੈਗਾਸਸ ਦਾ ਮੁੱਦਾ ਵੀ ਬਹੁਤ ਵੱਡਾ, ਜਾਸੂਸੀ ਵੀ ਇੱਕ ਹਲਕੇ ਦੇ ਵਿੱਚੋਂ ਮੁੱਦਾ। ਮਤਲਬ ਚੀਜ਼ਾਂ ਫਿਰ ਮਿਲ ਜਾਂਦੀਆਂ ਨੇ, ਤਾਂ ਸੱਤਾਧਾਰੀ ਬੰਦੇ ਨੂੰ ਲੱਗਦਾ ਕੁਛ ਤਾਂ ਇਹਨਾਂ ਨੂੰ ਤੋੜੋ ਆਪਸ ਦੇ ਵਿੱਚ, ਜੇ ਇਕੱਠੀਆਂ ਆ ਗਈਆਂ ਤਾਂ ਸਾਡੇ ਲਈ ਬਹੁਤ ਨੁਕਸਾਨਦੇਹ ਹੋਏਗਾ। ਉਹ ਪ੍ਰੈਸ਼ਰ ਦੇ ਵਿੱਚ, ਔਰ ਕਿਹਾ ਜਾਂਦਾ ਕਿ ਲੋਕਾਂ ਦੇ 'ਚ ਇੱਕ ਚਰਚਾ ਸੀ, ਪਹਿਲਾਂ ਵੀ ਇੱਕ ਵਾਰ ਗੱਲ ਚੱਲੀ ਸੀ ਕਿ ਕਿਸਾਨਾਂ ਨਾਲ ਨੇੜੇ ਲੱਗ ਗਈ ਗੱਲ। ਸ਼ਾਇਦ ਜੇ ਲਖੀਮਪੁਰ ਨਾ ਹੁੰਦਾ ਤਾਂ ਦੀਵਾਲੀ 'ਤੇ ਪ੍ਰਧਾਨ ਮੰਤਰੀ ਇਹੋ ਜਿਹਾ ਕੌਮ ਨੂੰ ਸੰਦੇਸ਼ ਦੇ ਦਿੰਦੇ। ਅੱਜ ਦਾ ਦਿਨ ਚੁਣਿਆ ਜਿਹੜਾ ਪ੍ਰਧਾਨ ਮੰਤਰੀ ਨੇ, ਬਾਕੀ ਜੋ ਮਰਜ਼ੀ ਗੱਲਾਂ ਨੇ, ਉਹ ਦਿਨ ਸ਼ਾਇਦ ਇਸ ਕਰਕੇ ਚੁਣਿਆ। ਮੈਨੂੰ ਲੱਗਦਾ ਕਿ ਜਿਹੜਾ ਬਿਤਾਂਤ, ਜਿਹੜਾ ਬੰਗਾਲਿਆਂ ਦਾ ਰਾਜਪਾਲ ਹੈ ਬੀਜੇਪੀ ਦਾ ਹੀ ਆਪਣਾ ਸਤਪਾਲ ਮਲਿਕ, ਉਹ ਬਾਰ-ਬਾਰ ਕਹਿੰਦਾ ਰਿਹਾ, ਉਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਜ਼ਿਹਨ 'ਚ ਵੀ ਗੱਲ ਆਈ ਹੋਏਗੀ ਕਿ ਇੱਕੇ ਵੱਡੇ ਭਾਈਚਾਰੇ ਨਾਲ ਵਿਗਾੜੋ ਨਾ ਤੁਸੀਂ। ਇਹ ਬਹੁਤ ਇਤਿਹਾਸਿਕ ਤੌਰ 'ਤੇ ਇੱਕ ਰਣਨੀਤਿਕ ਫੈਸਲੇ ਲੈਂਦੇ ਨੇ ਹੁੰਦਾ, ਅਤੇ ਇਹਨੂੰ ਐਵੇਂ ਨਾ ਤੋਰ ਦਿਓ। ਜਿਹੜੀ ਨਿਰਾਸ਼ਤਾ ਦੇ ਵਿੱਚੋਂ ਆਈ ਚੀਜ਼ ਹੋਏਗੀ, ਉਹ ਬਹੁਤ ਵੱਡੇ ਰਿਜ਼ਲਟ ਕੱਢਦੀ ਆ ਹੋਰ ਟਾਈਪ ਦੇ। ਉਹਨੇ ਇੱਥੋਂ ਤੱਕ ਕਹਿ ਤਾ ਕਿ ਇਹਨਾਂ ਨੇ ਇੰਦਰਾ ਗਾਂਧੀ ਨਹੀਂ ਛੱਡੀ, ਇਹਨੇ ਫਲਾਨਾ ਨਹੀਂ ਛੱਡਿਆ। ਮਤਲਬ ਉਹ ਬੋਲ ਰਿਹਾ ਕਿ ਸੰਵਿਧਾਨਕ ਪੋਸਟ 'ਤੇ ਬੈਠਾ ਬੰਦਾ ਬੋਲ ਰਿਹਾ। ਅਤੇ ਜਿੱਥੇ ਪੋਲੀਟੀਕਲ ਕੁਐਸਚਨ ਹੈ, ਉੱਥੇ ਨਿੱਜੀ ਕੁਐਸਚਨ ਵੀ ਮਾਇਨੇ ਰੱਖਦੇ ਹੁੰਦੇ ਨੇ ਸਿਆਸਤ ਦੇ ਵਿੱਚ। ਉਹ ਚੀਜ਼ਾਂ ਦਾ ਮਿਲ ਕੇ ਇੱਕ ਫੈਸਲਾ, ਫਿਰ ਗੁਰੂ ਨਾਨਕ ਦੇਵ ਦੇ ਗੁਰਪੁਰਬ ਨੂੰ ਚੁਣਿਆ ਗਿਆ ਕਿ ਦੇਖੋ ਜੀ ਅਸੀਂ ਕਿੰਨੇ। ਅਤੇ ਇਹ ਤੋਂ ਪਹਿਲਾਂ ਬੀਜੇਪੀ ਸ਼ਾਇਦ ਇਸ ਪਾਸੇ ਹੀ ਚੱਲਦੀ ਆ ਰਹੀ ਹੈ। ਇਹ ਫੈਸਲਾ ਪਹਿਲਾਂ ਦਾ ਹੋਇਆ ਹੋਣਾ ਹੈ। ਇਸੇ ਕਰਕੇ ਬੀਜੇਪੀ ਨੇ ਬੀਜੇਪੀ ਦੇ ਡੈਲੀਗੇਸ਼ਨ ਬੁਲਾਏ ਇੱਥੇ ਕਿ ਤੁਸੀਂ ਸਾਡੇ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕਰੋ, ਆਪ ਕਰੋ, ਤਾਂ ਕਿ ਤੁਹਾਨੂੰ ਕ੍ਰੈਡਿਟ ਦਈਏ। ਤਾਂ ਕਿ ਜਿਹੜਾ ਇਹ ਟਕਰਾਅ ਪੈਦਾ ਹੋਇਆ, ਇਹਨੂੰ ਥੋੜ੍ਹਾ ਜਿਹਾ ਪੈਸਿਵ ਕੀਤਾ ਜਾਏ ਉਸ ਪੱਧਰ ਦੇ ਉੱਤੇ। ਇਹਦਾ ਮਤਲਬ ਇਹ ਹੈ ਕਿ ਮੋਦੀ ਉਹਨਾਂ ਨੇ ਮਨ ਪਹਿਲਾਂ ਦਾ ਬਣਾਇਆ ਹੋਇਆ, ਉਹਦੇ 'ਚੋਂ ਇਹ ਤਰਤੀਬ ਨਜ਼ਰ ਆਉਂਦੀ ਹੈ ਕਿ ਹੁਣ ਆ ਕੇ ਇੱਕ ਫੈਸਲਾ ਕਰਨਾ, ਇੱਕ ਅਨਾਊਂਸ ਕਰਨਾ। ਉਹਦੇ ਕਰਕੇ ਇਹ ਗੱਲ ਸਾਬਤ ਹੁੰਦੀ ਹੈ ਕਿ ਹੁਣ ਉਹਨੇ 3 ਕਾਨੂੰਨ ਯੂਨੀਲੈਟਰਲੀ ਆਪਣੇ ਆਪ ਕਹਿਤਾ ਰੱਦ ਹੋਣਗੇ। ਨਹੀਂ ਤਾਂ ਜੇ ਜਮਹੂਰੀ ਤਰੀਕਾ ਅਪਣਾਇਆ ਜਾਣਾ ਹੁੰਦਾ ਤਾਂ ਜਿਹੜੀ 22 ਜਨਵਰੀ ਤੋਂ ਬਾਅਦ ਡੈਡਲੌਕ ਹੈ, ਤਾਂ ਉਹ ਕਿਸਾਨਾਂ ਨੂੰ ਬੁਲਾਉਂਦੇ, ਬੈਠ ਕੇ ਗੱਲ ਕਰਦੇ। ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਕਹਿੰਦਾ ਮੈਂ 138 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ, ਅਤੇ ਉਹਦੇ ਕੋਲ ਕਿਸਾਨਾਂ ਦੇ ਲੀਡਰਾਂ ਨੂੰ ਬੁਲਾ ਕੇ ਬੈਠ ਕੇ ਸਹਿਮਤੀ ਕਰਨ ਦਾ ਸਮਾਂ ਨਹੀਂ ਹੈ। ਇਹਦਾ ਮਤਲਬ ਐਰੋਗੈਂਸ ਅਜੇ ਵੀ ਕਾਇਮ ਹੈ। ਨਹੀਂ, ਮੈਨੂੰ ਇੱਕ ਇਹ ਗੱਲ ਲੱਗਦੀ, ਮੈਂ ਬੜੀ ਅੱਛੀ ਗੱਲ ਕੀਤੀ ਵੀ ਉਹਨਾਂ ਨੂੰ ਕਿਸਾਨਾਂ ਨੂੰ ਬੁਲਾ ਕੇ ਗੱਲ ਕਰਨੀ ਚਾਹੀਦੀ ਸੀਗੀ। ਪਰ ਲੱਗਦਾ ਕਿ ਜਿਵੇਂ ਤੁਹਾਡੀ ਗੱਲ ਐਰੋਗੈਂਸ ਹੈ ਜਿਹੜੀ ਉਹਨਾਂ 'ਚ, ਉਹ ਉਹਨਾਂ ਨੂੰ ਲੱਗਦਾ ਇਹ ਭਰਮ ਨਾ ਹੋਵੇ ਵੀ ਸਾਰਾ ਕ੍ਰੈਡਿਟ ਕਿਤੇ ਗੱਲਬਾਤ ਤੋਂ ਬਾਅਦ ਅਸੀਂ ਰੱਦ ਤਾਂ ਕਰਨੇ ਹੀ ਨੇ, ਅਤੇ ਮਗਰੋਂ ਸਾਰਾ ਕ੍ਰੈਡਿਟ ਕਿਤੇ ਕਿਸਾਨ ਹੀ ਨਾ ਲੈ ਜਾਣ ਅਤੇ ਅਸੀਂ ਫਿਰ ਖਾਲੀ ਰਹਿ ਜਾਈਏ। ਇਹਦਾ ਮਤਲਬ ਇਹੀ ਹੈ ਨਾ ਕਿ ਤੁਸੀਂ ਸਾਰਾ ਕੁਛ ਫਿਰ ਪੋਲੀਟੀਕਲ ਕ੍ਰੈਡਿਟ ਲਈ ਕਰ ਰਹੇ ਹੋ। ਫਿਰ ਹਿਊਮਨ ਮਨੁੱਖਤਾ ਕਿੱਥੇ ਹੈ? ਫਿਰ ਦੇਸ਼ ਦੇ ਨਾਗਰਿਕ ਕਿੱਥੇ ਨੇ? ਡੈਮੋਕ੍ਰੇਸੀ 'ਚ ਉਹਨਾਂ ਦਾ ਹੱਕ ਕਿੱਥੇ ਹੈ? ਅਤੇ ਜੇ ਤੁਸੀਂ ਡੈਮੋਕ੍ਰੇਟਿਕ ਵੈਲਿਊ ਸਿਸਟਮ ਦੀ ਗੱਲ ਕਰਦੇ ਹੋ, ਕਦਰਾਂ ਕੀਮਤਾਂ ਦੀ, ਤਾਂ ਉਹ ਇੱਕ ਮੰਗ ਕਰਦਾ ਨਾ। ਹਰ ਚੀਜ਼ ਇੱਕ ਤੁਹਾਡੇ ਤੋਂ ਇਹੋ ਜਿਹੇ ਸੰਸਕਾਰਾਂ ਦੀ ਮੰਗ ਕਰਦੀ ਹੈ, ਇਹੋ ਜਿਹੇ ਤਰੀਕਾਕਾਰ ਦੀ ਮੰਗ ਕਰਦੀ ਹੈ ਜਿਹੜਾ ਦੂਜੇ ਨੂੰ ਵੀ ਅਹਿਸਾਸ ਕਰਾਵੇ ਕਿ ਮੈਂ ਤੇਰੇ ਨਾਲ ਧੱਕਾ ਨਹੀਂ ਕਰ ਰਿਹਾ, ਆਪਾਂ ਬਰਾਬਰ, ਮੈਂ ਤੁਹਾਨੂੰ ਇੱਕ ਸਨਮਾਨ ਦੇ ਰਿਹਾ। ਅਤੇ ਇਹਦਾ ਮਤਲਬ ਤੁਸੀਂ ਕਿਸਾਨ ਨੂੰ ਸਨਮਾਨ ਤਾਂ ਨਹੀਂ ਦੇਣਾ ਚਾਹੁੰਦੇ ਨਾ। ਉਹ 'ਚੋਂ ਕੇਵਲ ਇੱਕੋ ਹੀ ਐਂਗਲ ਹੈ ਕਿ ਮੈਂ ਦੇਸ਼ ਦੇ ਵਿੱਚ ਇਹ ਕਹਾਂ ਕਿ ਦੇਖੋ ਜੀ ਪ੍ਰਧਾਨ ਮੰਤਰੀ, ਮੈਨੂੰ ਲੱਗਦਾ ਫਿਰ ਪ੍ਰਧਾਨ ਮੰਤਰੀ ਦਾ ਸਗੋਂ ਜ਼ਿਆਦਾ ਨਹੀਂ ਜਾਣਾ ਸੀ ਜੇ ਉੱਥੇ ਬੈਠ ਕੇ ਕਿਸਾਨ ਵੀ ਨਾਲ ਲਾ ਕਰਦੇ। ਔਰ ਹੋ ਸਕਦਾ ਜਿਵੇਂ ਇੱਥੇ ਅਮਰਿੰਦਰ ਸਿੰਘ ਨੂੰ ਲੱਡੂ ਖਵਾਇਆ ਸੀ, ਕਿਸਾਨਾਂ ਤੋਂ ਲੱਡੂ ਹੀ ਖਵਾ ਲੈਂਦੇ ਬੜਾ ਪੁੱਟਾ, ਅਤੇ ਉਹਦਾ ਇਮੇਜ ਜ਼ਿਆਦਾ ਬਣਦਾ। ਹੁਣ ਉਹ ਇਮੇਜ ਬਣਿਆ ਹੋਇਆ ਕਿ ਤੁਸੀਂ ਉਹ ਗੱਲ ਨਹੀਂ ਕਹਿ ਰਹੇ, ਸਾਹਮਣੇ ਬੈਠੇ ਕਿਸਾਨਾਂ ਨੂੰ ਤਾਂ ਤੁਸੀਂ ਇਹੀ ਕਹਿ ਰਹੇ ਹੋ ਕਿ ਗਲਤ ਤੁਸੀਂ ਹੋ, ਤੁਸੀਂ ਸਮਝ ਨਹੀਂ ਸਕੇ ਫਾਇਦੇਮੰਦ ਇਹੀ ਚੀਜ਼ ਜਿਹੜੀ ਮੈਂ ਕਰ ਰਿਹਾ। ਅਤੇ ਜੇ ਤੁਸੀਂ ਇਹ ਨਹੀਂ ਸਮਝੇ, ਇਹੀ ਗੱਲਾਂ ਕਿਸਾਨਾਂ ਨੂੰ ਉਦੋਂ ਕਹਿੰਦੇ ਬੈਠ ਕੇ ਸਾਹਮਣੇ ਪ੍ਰਧਾਨ ਮੰਤਰੀ, ਤਾਂ ਕਿਸਾਨ ਗਲ ਤਾਂ ਪੈਂਦੇ ਹੀ ਨਾ ਵੀ ਸਾਨੂੰ ਮੂਰਖ ਸਮਝਿਆ। ਗੱਲ ਇਕੱਲੀ ਇਕੱਲੀ ਕਰੋ, ਜੋ ਤੁਸੀਂ ਕਹਿਣਾ ਸੀ ਵਰਤਾਂਤ, ਉਹ ਤੁਹਾਡਾ ਉਹਦੇ ਮੇਚਦਾ ਨਹੀਂ ਹੈ ਜਿਹੜੇ ਬਾਕੀ ਦੇ ਬੰਦਿਆਂ ਨਾਲ ਬੈਠ ਕੇ ਗੱਲ ਕਰਦੇ ਹੋ, ਉਸ ਕਰਕੇ। ਪਰ ਬਿਨਾਂ ਸ਼ੱਕ ਠੀਕ ਹੈ, ਪ੍ਰਧਾਨ ਮੰਤਰੀ ਨੂੰ ਵੀ ਕੁਝ ਕ੍ਰੈਡਿਟ, ਕਿਉਂਕਿ ਉਹਨਾਂ ਨੇ ਯੂਪੀ ਜਾਣਾ ਸੀ, ਅੱਜ ਵੱਡੀ ਰੈਲੀ ਸੀ ਜਿੱਥੇ ਹੁਣ ਪੋਲੀਟੀਕਲ ਵਰਤਾਂਤ ਛੇੜ ਰਹੇ ਨੇ ਉਸ ਵੱਲ 'ਤੇ। ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਜੋਗੀ ਵੀ ਕਰ ਰਿਹਾ ਅਤੇ ਨਰਿੰਦਰ ਮੋਦੀ ਵੀ। ਪਰ ਜੇ ਥੋੜ੍ਹੀ ਜਿਹੀ ਆਪਾਂ ਗੱਲ ਕਰੀਏ ਅੰਦੋਲਨ ਦੀ ਅਤੇ ਸਰਕਾਰ ਦੀ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਿੰਸੀਪਲ ਦੀ, ਇਸ ਅੰਦੋਲਨ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਉਹ ਸਰਬੱਤ ਦੇ ਭਲੇ ਦਾ ਅੰਦੋਲਨ ਸੀ, ਸਾਂਝੀਵਾਲਤਾ ਦਾ ਅੰਦੋਲਨ ਸੀ। ਸਾਂਝੀਵਾਲਤਾ ਸਾਬਤ ਕਿਵੇਂ ਹੁੰਦੀ ਹੈ? ਉਹਨੇ ਸਭ ਵਖਰੇਵੇਂ ਰੱਦ ਕੀਤੇ। ਹਰਿਆਣੇ ਨਾਲ ਟਕਰਾਅ ਸੀ ਪਾਣੀਆਂ ਦਾ,
ਉਹਦਾ ਓਵਰਕਮ ਕਰਕੇ ਦੋਸਤੀ ਸਭ ਦੇ ਸਾਹਮਣੇ ਸੀ। 32 ਜਥੇਬੰਦੀਆਂ ਨੇ, ਅਲੱਗ-ਅਲੱਗ ਵਿਚਾਰਧਾਰਾਵਾਂ ਨੇ, ਕੋਈ ਕਿਸੇ ਨਾਲ ਅਲੱਗ ਰੋਟੀ ਇੱਕ ਬੁਰਕੀ ਲਾ ਕੇ ਨਹੀਂ ਸੀ ਖਾਂਦਾ। ਉਹ ਇਕੱਠੀਆਂ ਹੋ ਕੇ ਚੱਲੀਆਂ, ਇੰਨਾ ਲੰਮਾ ਸਮਾਂ ਸਾਂਝੇ ਤੌਰ 'ਤੇ ਵਿਚਰਦੀਆਂ ਜਾ ਰਹੀਆਂ ਨੇ। ਅਤੇ ਫਿਰ ਕਿਰਦਾਰ ਨੇ, ਔਰਤਾਂ ਦੀ ਸ਼ਮੂਲੀਅਤ, ਔਰਤਾਂ ਨੂੰ ਉੱਥੇ ਫਿਰਦੀਆਂ ਨੇ ਬਾਰਡਰਾਂ 'ਤੇ, ਕੋਈ ਕਿਸੇ ਦੇ ਹਵਾ ਵੱਲ ਉਸ ਰੂਪ ਦੇ ਵਿੱਚ ਨਹੀਂ ਝਾਕਦਾ। ਇਹ ਇੱਕ ਮੁਹੱਬਤ ਦਾ ਪੈਗਾਮ ਸੀ, ਸਾਂਝੀਵਾਲਤਾ ਦਾ ਪੈਗਾਮ ਸੀ। ਅਤੇ ਜਿਹੜੀ ਦੂਜੀ ਲਾਈਨ ਸੀ, ਉਹ ਉਹਨੂੰ ਕਦੇ ਖਾਲਿਸਤਾਨੀ ਬਣਾਉਂਦੀ ਸੀ, ਕਦੇ ਉਹਨੂੰ ਮਾਓਵਾਦੀ ਬਣਾਉਂਦੀ, ਉਹ ਤੋੜਨ ਦਾ ਪੈਗਾਮ ਸੀ। ਇਹ ਦੋ ਚੀਜ਼ਾਂ 'ਚ ਬੜਾ ਵੱਡਾ ਬਖਰੇਵਾ ਹੈ। ਫਿਰ ਜਿਹੜੀ ਇੱਕ ਸੰਸਥਾਗਤ ਸਾਡੇ ਕੋਲ ਰਵਾਇਤਾਂ ਨੇ, ਸੰਗਤ ਦੀ, ਲੰਗਰ ਦੀ, ਪੰਗਤ ਦੀ, ਉਹਨੂੰ ਅਮਲੀ ਜਾਮੇ 'ਚ ਉਤਾਰਿਆ ਹੈ। ਮਤਲਬ ਇਸ ਅੰਦੋਲਨ ਨੇ ਪ੍ਰੈਕਟੀਕਲੀ ਸਾਡੇ ਸਾਹਮਣੇ ਦਿਖਾਈ ਦਿੱਤਾ। ਅਤੇ ਬਾਕੀ ਜਗ੍ਹਾ ਤਾਂ ਜਿਹੜੀ ਸਰਕਾਰੀ ਸਾਈਡ ਸੀ ਜਾਂ ਬਾਕੀ ਜਗ੍ਹਾ ਸੀ, ਉਹਨੇ ਤਾਂ ਕੁਝ ਵੀ ਇਸ ਪਾਸੇ ਨਹੀਂ ਕੀਤਾ ਕਿ ਉਹ ਕਦਰ ਕਰੇ। ਉਹਨੇ ਤਾਂ ਕਿਸਾਨਾਂ ਨੂੰ, ਜੇ ਮਤਵਾਜੀ ਸੰਸਦ ਲਈ ਵੀ ਸੀ, ਇਕੱਲੇ ਇਕੱਲੇ ਦੀਆਂ 4-4 ਵਾਰ ਤਲਾਸ਼ੀਆਂ ਲਈਆਂ, ਪਤਾ ਨਹੀਂ ਇਹ ਕੀ ਕਰਨ ਜਾਣਗੇ, ਆਲੇ ਦੁਆਲੇ ਐਡੇ ਐਡੇ ਕੈਂਟਰ ਖੜਾਤੇ ਤਾਂ ਕਿ ਕੋਈ ਬਾਹਰੋਂ ਨਾ ਦੇਖ ਸਕੇ, ਉਹ ਅੰਦਰੋਂ ਵੀ ਕਿਸੇ ਨੂੰ ਨਾ ਦੇਖ ਸਕਣ। ਮੈਨੂੰ ਲੱਗਦਾ ਇਹ ਦੋ ਵਿਚਾਰਧਾਰਾਵਾਂ, ਦੋ ਢੰਗ ਤਰੀਕਿਆਂ ਦੀ ਲੜਾਈ ਸੀ, ਜਿਹਦੇ 'ਚ ਇਸੇ ਕਰਕੇ ਇਹ ਜਿਹੜਾ ਅੰਦੋਲਨ ਹੈ, ਇਹਨੇ 21ਵੀਂ ਸਦੀ ਦੇ ਦੌਰ 'ਚ ਸਭ ਤੋਂ ਲੰਮਾ ਅਤੇ ਸਭ ਤੋਂ ਸ਼ਾਂਤਮਈ ਅਤੇ ਸਭ ਤੋਂ ਭਾਈਚਾਰਕ ਸਾਂਝ ਬਣਾਉਣ ਵਾਲੇ ਅੰਦੋਲਨ ਦੇ ਤੌਰ 'ਤੇ ਇੱਕ ਜਗ੍ਹਾ ਬਣਾ ਲਈ ਹੈ ਇਤਿਹਾਸ ਦੇ ਵਿੱਚ, ਇੱਕ ਸੁਨਹਿਰੀ ਜਗ੍ਹਾ ਜਿਹੜੀ ਬਣਾਈ ਹੈ। ਔਰ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਵੀ ਜਾ ਕੇ ਗੱਲਾਂ ਕਰਦੇ ਸੀ, ਸਖਤ ਐਕਸ਼ਨ ਦਿਓ, ਐਂ ਕਿਉਂ ਨਹੀਂ ਕਰਦੇ, ਐਂ ਕਿਉਂ ਨਹੀਂ ਕਰਦੇ, ਮੈਨੂੰ ਲੱਗਦਾ ਉਹਨਾਂ ਨੂੰ ਵੀ ਸੋਝੀ ਆਉਣੀ ਚਾਹੀਦੀ ਹੈ। ਜਿਹੜੇ ਕਹਿੰਦੇ ਨੇ ਇਹਦੀ ਆਵਾਜ਼ ਨਹੀਂ, ਕੋਈ ਅਸਰ ਹੀ ਨਹੀਂ, ਇਹਦਾ ਕੀ ਅਸਰ ਹੈ, ਤੁਸੀਂ ਉੱਥੇ ਇਕੱਲੇ ਬੈਠੇ ਹੋ। ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਦੇ ਸਮਝ ਨਹੀਂ ਆਈ ਕਿ ਖਾਮੋਸ਼ੀ ਦੀ ਆਵਾਜ਼ ਕਈ ਵਾਰ ਚੀਕਣ ਨਾਲੋਂ ਜ਼ਿਆਦਾ ਕੰਨ ਪਾੜਵੀਂ ਹੁੰਦੀ ਹੈ। ਅਤੇ ਜਿਹੜੀ ਇਹ ਅੰਦੋਲਨ ਨੇ ਸਾਬਤ ਕੀਤਾ ਕਿ ਆਪਣੇ ਢੰਗ ਨਾਲ, ਸਮੇਂ ਨਾਲ ਬੈਠਣਾ ਜਿਹੜਾ ਹੁੰਦਾ ਹੈ, ਘਰ-ਬਾਰ ਛੱਡ ਕੇ, ਚਾਹੇ ਕੜਕਦੀ ਠੰਡ ਹੋਵੇ, ਚਾਹੇ ਮੱਛਰ ਹੋਵੇ, ਚਾਹੇ ਗਰਮੀ ਹੋਵੇ, ਚਾਹੇ ਬਰਸਾਤਾਂ 'ਚ ਡੁੱਬੇ ਝੁੱਗੀਆਂ ਹੋਣ, ਇਹ ਤੁਹਾਡੀ ਦ੍ਰਿੜਤਾ, ਸਬਰ, ਸੰਤੋਖ ਨੂੰ ਦਿਖਾਉਂਦੀਆਂ ਨੇ। ਇਹਦਾ ਅਸਰ ਕਿਤੇ ਨਾ ਕਿਤੇ ਤੁਹਾਡੇ ਹਿਰਦਿਆਂ ਤੱਕ ਜਾਂਦਾ ਹੈ, ਉਹਦਾ ਦਬਾਅ ਲੋਕਾਂ ਤੱਕ ਜਾਂਦਾ। ਜੇ ਸੱਤਾਧਾਰੀ ਸੀ, ਜਦੋਂ ਲੋਕ ਬਦਲਦੇ ਨੇ ਤਾਂ ਸੱਤਾਧਾਰੀ ਦੀ ਮਜਬੂਰੀ ਬਣ ਜਾਂਦੀ ਹੈ ਬਦਲਣਾ, ਅਤੇ ਇਸ ਮਜਬੂਰੀ ਨੇ ਉਹਨਾਂ ਨੂੰ ਬਦਲਣ ਲਈ ਮਤਲਬ ਇਹ ਰਾਹ ਦਿਖਾਇਆ। ਔਰ ਇਸੇ ਕਰਕੇ ਇਹ ਹੈ ਕਿ ਅੱਜ ਵੀ ਜੇ ਪ੍ਰਧਾਨ ਮੰਤਰੀ ਉਹਨਾਂ ਨੂੰ ਬੁਲਾ ਕੇ ਗੱਲ ਕਰਦੇ ਤਾਂ ਹੋਰ ਹੋਣੀ ਸੀ। ਔਰ ਸੰਯੁਕਤ ਮੋਰਚੇ ਨੇ ਸਿਆਣਪ ਨਾਲ ਇੱਕ ਸੰਜਮ ਭਰਪੂਰ ਅੱਜ ਪ੍ਰਤੀਕਿਰਿਆ ਦਿੱਤੀ ਹੈ। ਉਹਨੇ ਕਿਹਾ ਇਹਦਾ ਅਸੀਂ ਵੈਲਕਮ ਕਰਦੇ ਹਾਂ, ਪਰ ਵੈਲਕਮ ਤਾਂ ਕਰਦੇ ਹਾਂ ਕਿਉਂਕਿ ਅਜੇ ਪਾਰਲੀਮੈਂਟ ਦੇ ਵਿੱਚ ਵੀ ਇੱਕ ਪ੍ਰਕਿਰਿਆ ਹੁਣ ਉਹ ਰਹਿੰਦੀ ਹੈ। ਹਜੇ ਪ੍ਰਧਾਨ ਮੰਤਰੀ ਦਾ ਐਲਾਨ ਹੈ, ਇਹ 'ਚੋਂ ਸਾਬਤ ਕੀ ਹੁੰਦਾ ਕਿ ਅਜੇ ਤੱਕ ਬੇਭਰੋਸਗੀ ਦਾ ਆਲਮ ਹੈ। ਉਹ ਇਹ ਸਾਬਤ ਕਰ, ਇਹਦੇ 'ਚ ਵੀ ਪ੍ਰਧਾਨ ਮੰਤਰੀ ਦੀ ਹਾਰ ਹੈ ਕਿ ਤੁਸੀਂ ਅਜੇ ਅੰਦੋਲਨਕਾਰੀਆਂ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਇੰਨਾ ਭਰੋਸਾ ਨਹੀਂ ਆਪਣੇ ਵੱਲੋਂ ਦਵਾ ਸਕੇ ਕਿ ਜੇ ਮੈਂ ਗੱਲ ਕਹਿ ਰਿਹਾ ਇਹ 'ਚ ਦਮ ਹੈ, ਇਹਨੂੰ ਮੰਨੋ, ਮੇਰੀ ਗੱਲ 'ਚ ਦਮ ਹੈ। ਅਤੇ ਉਹ ਜਦੋਂ ਅੰਦੋਲਨਕਾਰੀ ਅਜੇ ਨਹੀਂ ਮੰਨ ਰਹੇ, ਉਸੇ ਕਰਕੇ ਉਹ ਕਹਿੰਦੇ ਨੇ ਅਜੇ ਉਨਾ ਚਿਰ ਦੇਖਾਂਗੇ। 29 ਤਰੀਕ ਤੋਂ ਹੋ ਰਿਹਾ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ, ਉੱਥੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਹੋਇਆ ਕਿ ਤੁਸੀਂ ਆਪਾਂ 500 ਬੰਦਾ ਜਾਵਾਂਗੇ ਟਰਾਲੀਆਂ ਦੇ ਵਿੱਚ, ਉੱਥੇ ਹੀ ਬੈਠ ਜਾ ਕਰਾਂਗੇ ਪਾਰਲੀਮੈਂਟ, ਜੇ ਨਾ ਕੀਤਾ ਤਾਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਏਗਾ। ਸ਼ਾਇਦ ਇਹ ਹਜੇ ਫਿਲਹਾਲ ਰੋਕ ਲੈਣ, ਉਹਨਾਂ ਚਿਰ ਵੀ ਦੇਖ ਲੈਂਦੇ ਹਾਂ 2-4 ਦਿਨ ਪਹਿਲੇ ਸੰਸਦ ਦੇ ਵਿੱਚ ਪਹਿਲਾਂ ਹੀ ਆਉਂਦਾ ਕਿ ਨਹੀਂ ਆਉਂਦਾ। ਹੁਣ ਜਿਹੜੀ ਅਗਲੀ ਗੱਲ ਬਚੀ ਹੋਈ ਹੈ, ਹਜੇ ਵੀ ਅਗਲੀ ਗੱਲ ਇਹ ਬਚੀ ਹੋਈ ਹੈ, ਜਿਹੜਾ ਕਮੇਟੀ ਬਣਾਉਣ ਦਾ ਸੰਕੇਤ ਪ੍ਰਧਾਨ ਮੰਤਰੀ ਨੇ ਦਿੱਤਾ ਹੈ, ਘੱਟੋ ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਦਾ ਜਿਹੜਾ ਸਵਾਲ ਹੈ, ਉਹ ਦੇਸ਼ ਦੇ ਵਿੱਚ ਸਭ ਤੋਂ ਬੜਾ ਸਵਾਲ ਦੇ ਤੌਰ 'ਤੇ ਉੱਭਰ ਰਿਹਾ। ਉਹ ਕਮੇਟੀ ਕਿਹੋ ਜਿਹੀ ਹੋਏਗੀ, ਉਹਦੀ ਬਣਤਰ ਕੀ ਹੋਏਗੀ, ਕੀ ਉਹ ਰਿਕਮੈਂਡੇਟਰੀ ਬਾਡੀ ਹੋਏਗੀ, ਕਈ ਵਾਰ ਸਿਫਾਰਸ਼ੀ ਬਾਡੀ ਹੋਏਗੀ, ਜਾਂ ਉਹਦਾ ਫੈਸਲਾ ਬਾਈਂਡਿੰਗ ਹੋਏਗਾ ਦੋਨੇ ਧਿਰਾਂ ਦੇ ਉੱਤੇ ਕਿ ਦੋਨੇ ਧਿਰਾਂ ਨੂੰ ਮੰਨਣ ਵਾਲੀ ਹੈ। ਇਹ ਸਭ ਕੁਝ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨਾਲ ਬੈਠ ਕੇ ਹੀ ਹੋਏਗਾ ਨਾ, ਉਦੋਂ ਤਾਂ ਬਿਨਾਂ ਸੰਭਵ ਨਹੀਂ ਹੋ ਸਕਦਾ ਹੈ ਤੁਸੀਂ ਕਹੋ। ਅਤੇ ਜੇ ਕਿਸਾਨ ਅੰਦੋਲਨ ਤੋਂ ਉੱਥੇ ਬੰਦਿਆਂ ਨੇ ਆਉਣਾ ਹੈ ਵਾਪਸ, ਤਾਂ ਇਹਦਾ ਮਤਲਬ ਇਹ ਚੀਜ਼ਾਂ ਸਰਕਾਰ ਨੂੰ ਬੈਠ ਕੇ ਸੋਲਵ ਕਰਨੀਆਂ ਪੈਣਗੀਆਂ। ਇਨ ਦੀ ਮੇਨ ਟਾਈਮ ਆ ਜਿਹੜਾ ਸਮਾਂ ਬਚਿਆ ਹੋਇਆ ਹੈ ਇਸ ਸਮੇਂ ਦੇ ਦੌਰਾਨ। ਫਿਰ ਉਹਨਾਂ ਨੇ ਕਿਹਾ ਸੀ ਜਿਹੜਾ ਬਿਜਲੀ ਬਿੱਲ ਹੈ 2020 ਦਾ, ਇਹ ਜਿਹੜਾ ਲੋਕਾਂ ਨਾਲ ਖੱਜਲ ਖੁਆਰੀ ਕਰੇਗਾ, ਇੰਨੀਆਂ ਬਿਜਲੀ ਦੇ ਰੇਟ ਵਧਣਗੇ, ਇਹ ਵੀ ਵਿਡਰਾ ਕਰੋ ਤੁਸੀਂ। ਪਹਿਲਾਂ ਇੱਕ ਵਾਰ ਸਹਿਮਤੀ ਵੀ ਹੋ ਗਈ ਸੀ, ਪਰ ਮੁੜ ਕੇ ਕਹਿੰਦੇ ਜਦੋਂ ਪੂਰੀ ਹੋਏਗੀ ਉਦੋਂ ਦੇਖਾਂਗੇ, ਉਹਦੇ ਬਾਰੇ ਵੀ ਗੱਲਬਾਤ ਹੋਣੀ ਹੈ। ਫਿਰ ਪਰਾਲੀ ਦੇ ਫੂਕਣ ਦੇ ਜੁਰਮਾਨਿਆਂ ਬਾਰੇ ਵੀ ਗੱਲਬਾਤ ਹੋਣੀ ਹੈ। ਇਹ ਸਾਰਾ ਕੁਛ ਇਸ ਅੰਦੋਲਨ ਦੇ ਵਿੱਚ ਇਕੱਠਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਸੀ। ਔਰ ਫਿਰ ਬਾਕੀ ਦੇ ਇਸ਼ੂ ਵੀ ਨੇ, ਲਖੀਮਪੁਰ ਦਾ ਕੀ ਕਰਨਾ, ਇਹਦੇ 'ਤੇ ਸਮਝੌਤਾ ਨਹੀਂ ਹੋ ਜਾਏਗਾ, ਸਜ਼ਾ ਤਾਂ ਦੇਣੀ ਉਹ ਪਏਗੀ ਬੰਦਿਆਂ ਨੂੰ ਜਿਹਨੇ ਇਸ ਲੈਵਲ ਦਾ ਕਤਲੇਆਮ ਜਾਂ ਬਾਕੀ ਦੀਆਂ ਚੀਜ਼ਾਂ ਕੀਤੀਆਂ ਨੇ। ਫਿਰ ਇੱਕ ਮੁੱਦਾ ਇਹ ਵੀ ਜੁੜਿਆ ਹੋਇਆ ਕਿ ਜੇ ਸਰਕਾਰ ਇਹ ਮੰਨਦੀ ਹੈ ਕਿ ਅੰਦੋਲਨ 'ਚ ਦਮ ਹੈ, ਤੁਸੀਂ ਵਿਡਰਾ ਕਰਦੇ ਹੋ, ਤਾਂ ਜਿਹੜੇ 700 ਕਿਸਾਨ ਦੀ ਜਾਨ ਗਈ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਗੌਰਮੈਂਟ ਕੰਪਨਸੇਟ ਕਰੇਗੀ ਉਹਨਾਂ ਦੇ ਪਰਿਵਾਰਾਂ ਨੂੰ, ਤੇ ਕੋਈ ਨੌਕਰੀ ਦੇਵੇਗੀ ਜਾਂ ਨਹੀਂ ਦੇਵੇਗੀ? ਇਹ ਸਾਰੇ ਮੁੱਦੇ ਅੰਦੋਲਨ ਦੇ ਅਜੇ ਬਚਵੇਂ ਅੰਦੋਲਨ ਦੇ ਅਜੇ ਰਹਿੰਦੇ ਮੁੱਦੇ ਨੇ ਜਿਨ੍ਹਾਂ 'ਤੇ ਗੱਲ ਹੋਣੀ ਹੈ।
ਤੇ ਅਜੇ ਇੱਕ ਪੜਾਅ ਹੈ ਖੁਸ਼ੀ ਦਾ ਕਿ ਜਿਹੜਾ ਲੋਕ ਇਹ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਜਿਹੜਾ ਨੋਟਬੰਦੀ ਤੋਂ ਲੈ ਕੇ ਅੱਜ ਤੱਕ ਵੱਡਾ ਲਾਸ ਹੋਣ ਦੇ ਬਾਵਜੂਦ, ਕਾਰੋਬਾਰ ਬੰਦ ਹੋਣ ਦੇ ਬਾਵਜੂਦ, ਲੋਕਾਂ ਦੀਆਂ ਸੈਲਰੀਆਂ, ਲੋਕਾਂ ਦੀ ਇੱਕ ਆਰਥਿਕਤਾ ਬਰਬਾਦ ਹੋਣ ਦੇ ਬਾਵਜੂਦ ਕਦੇ ਮੰਨਣ ਲਈ ਤਿਆਰ ਨਹੀਂ। GST ਦੇ ਵਿੱਚ 1000 ਤੋਂ ਜ਼ਿਆਦਾ ਸੋਧਾਂ ਕਰਤੀਆਂ, ਫਿਰ ਵੀ ਨਹੀਂ ਮੰਨਦੇ ਕਿ ਸਾਡੇ ਤੋਂ ਜਲਦਬਾਜ਼ੀ 'ਚ ਹੋਇਆ ਕੁਛ ਵੀ ਹੈ। ਪਹਿਲੀ ਵਾਰ ਹੈ ਕਿ 2014 ਤੋਂ ਬਾਅਦ ਇੱਕੋ ਬੰਦਾ ਮੰਨ ਰਿਹਾ ਹੈ, ਪਿੱਛੇ ਹਟ ਰਿਹਾ ਹੈ, ਜਿਹੜਾ ਕਹਿੰਦਾ ਪਿੱਛੇ ਹਟਣ ਦਾ ਸਵਾਲ ਹੀ ਨਹੀਂ, 56 ਇੰਚ ਦੀ ਛਾਤੀ ਹੈ ਤੇ ਅਸੀਂ ਤਾਂ ਐਵੇਂ ਹੀ ਕਰਦੇ ਹੁੰਦੇ ਹਾਂ। ਇਦੋਂ ਵੱਡਾ ਇਸ ਅੰਦੋਲਨ ਦੀ ਪ੍ਰਾਪਤੀ ਮੇਰੇ ਖਿਆਲ ਹੈ ਕੋਈ ਨਹੀਂ। ਸਭ ਤੋਂ ਵੱਡੀ ਗੱਲ ਉਹ ਡਰ ਕੱਢਤਾ ਹੈ, ਇਹ ਸਾਬਤ ਕਰਤਾ ਕਿ ਜੇ ਲੋਕ ਫੈਸਲਾ ਕਰਕੇ ਐਲਾਨ ਕਰਦੇ ਨੇ ਡੈਮੋਕ੍ਰੇਸੀ ਦੇ ਵਿੱਚ ਤਾਂ ਕਿਸੇ ਵੀ ਹੁਕਮਰਾਨ ਨੂੰ ਵਾਪਸ ਮੁੜਨਾ ਪੈ ਸਕਦਾ ਹੈ। ਆਉਣ ਵਾਲੇ ਅੰਦੋਲਨਾਂ ਦੇ ਲਈ ਇੱਕ ਰਸਤਾ ਖੋਲ੍ਹਤਾ ਹੈ, ਜਿਹੜੇ ਬਾਕੀ ਦੇ ਲੋਕ ਵੀ ਲੜਨਾ ਚਾਹਣਗੇ। ਜੇ ਅੰਦੋਲਨ ਹਾਰ ਜਾਂਦਾ ਐਡਾ ਵੱਡਾ ਅੰਦੋਲਨ, ਤਾਂ ਛੋਟੇ ਅੰਦੋਲਨ ਹੋਣੇ ਵੈਸੇ ਹੀ ਬੰਦ ਹੋ ਜਾਣੇ ਸੀ। ਛੋਟੇ ਅੰਦੋਲਨਾਂ ਨੂੰ ਵੈਸੇ ਐਂ ਲੱਗਣਾ ਸੀ ਕੋਈ ਫਾਇਦਾ ਨਹੀਂ ਹੈ, ਦੇਖੋ ਉਹ ਹਾਰ ਗਿਆ, ਐਡੇ ਵੱਡਾ ਕੁਝ ਨਹੀਂ ਕਰ ਸਕਿਆ, ਆਪਾਂ ਕੀ ਕਰ ਸਕਦੇ ਹਾਂ। ਇਹ ਇੱਕ ਮਿਸਾਲ ਬਣ ਜਾਂਦੀ ਹੈ ਔਰ ਮੈਨੂੰ ਲੱਗਦਾ ਕਿ ਹਿਸਟਰੀ ਦੇ ਵਿੱਚ ਇਹ ਲਿਖਿਆ ਗਿਆ ਅੰਦੋਲਨ ਹੈ। ਪਰ ਅਜੇ ਵੀ ਇਹ ਅੰਦੋਲਨ ਦਾ ਇੱਕ ਪੜਾਅ ਹੈ, ਇੱਕ ਕਦਮ ਹੈ। ਮੈਨੂੰ ਤਾਂ ਲੱਗਦਾ ਅੰਦੋਲਨ ਤਾਂ ਜੇ ਸ਼ੁਰੂ ਹੋਇਆ, ਸ਼ਾਇਦ ਅਗਲਾ ਅੰਦੋਲਨ ਸ਼ੁਰੂ ਹੋਣਾ ਹੈ। ਕਿਸਾਨ ਅੰਦੋਲਨ ਦੇ ਜੋ 2 ਫੈਸਲੇ ਨੇ, ਕਾਰਪੋਰੇਟੋ ਭਾਰਤ ਛੱਡੋ ਦਾ ਜਿਹੜਾ ਸਲੋਗਨ ਹੈ, ਕਾਰਪੋਰੇਟ ਨੇ ਤਾਂ ਤੁਰੰਤ ਭਾਰਤ ਨਹੀਂ ਨਾ ਛੱਡਣਾ ਤੇ ਨਾ ਦੇਸ਼ ਵਿਦੇਸ਼, ਜਿਹਨੂੰ ਨੋਮ ਚੋਮਸਕੀ ਕਹਿੰਦਾ ਸੀ ਬੀਕਨ ਆਫ ਲਾਈਟ ਹਾਊਸ, ਚਾਨਣ ਮੁਨਾਰਾ ਹੈ ਅੰਦੋਲਨ ਦੁਨੀਆ ਦੇ ਆਮ ਲੋਕਾਂ ਦੇ ਵਾਸਤੇ। ਕਿਉਂਕਿ ਡਿਵੈਲਪਮੈਂਟ ਦਾ ਮਾਡਲ 99% ਬਨਾਮ 1% ਦਾ, ਤੇ ਉਹ ਜਿਹਨੇ 99% ਦੀ ਫੇਵਰ 'ਚ ਲੜਾਈ ਲੜਨੀ ਹੈ ਤਾਂ ਇਹ ਅੰਦੋਲਨ ਸਭ ਤੋਂ ਜ਼ਿਆਦਾ ਰੋਸ਼ਨੀ ਦੀ ਕਿਰਨ ਦੇ ਰਿਹਾ। ਤਾਂ ਉਦੋਂ ਬਾਅਦ ਦਿੱਲੀ ਤੋਂ ਵਾਪਸ ਪਰਤ ਕੇ ਕੀ ਇਹ ਜਥੇਬੰਦੀਆਂ ਇਕੱਠੀਆਂ ਰਹਿੰਦੀਆਂ ਨੇ? ਦਿੱਲੀ ਤੋਂ ਪਰਤ ਕੇ ਅੰਦੋਲਨ ਇਹ ਨਹੀਂ, ਹੋਰ ਵੱਖ-ਵੱਖ ਰੂਪਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਜਾਰੀ ਰੱਖਿਆ ਜਾਏਗਾ, ਕਿਹੜੀਆਂ ਗੱਲਾਂ ਤੇ ਕਿਹੜੀਆਂ ਮੰਗਾਂ ਮਸਲਿਆਂ ਨੂੰ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣਾਇਆ ਜਾਏਗਾ ਦੇਸ਼ 'ਚ, ਦੁਨੀਆ 'ਚ। ਕਿਉਂਕਿ ਜਦੋਂ ਤੁਸੀਂ ਅੰਦੋਲਨ ਜਿੱਤ ਕੇ ਤੁਹਾਡੇ ਕੱਦ ਵੱਡੇ ਹੁੰਦੇ ਨੇ, ਤੁਹਾਨੂੰ ਸਨਮਾਨ ਮਿਲਦਾ ਹੈ, ਤਾਂ ਲੋਕ ਤੁਹਾਡੇ ਮੋਢਿਆਂ 'ਤੇ ਜ਼ਿੰਮੇਵਾਰੀ ਵੀ ਉਦੋਂ ਵੱਡੀ ਪਾ ਦਿੰਦੇ ਨੇ ਕਿ ਭਾਈ ਸਾਹਿਬ ਹੁਣ ਅਗਲੀ ਲਈ ਵੀ ਤਿਆਰ ਹੋ ਜਾਓ, ਇਹ ਸਾਰੀਆਂ ਤੁਹਾਡੇ ਸਾਹਮਣੇ ਨੇ। ਇਹ ਚੀਜ਼ਾਂ ਨੂੰ ਵੀ ਦੇਖਣਾ ਪਏਗਾ। ਕਿਸਾਨਾਂ ਕੋਲ ਆਏ ਨਹੀਂ ਵੀ ਸੌਂ ਗਏ ਤੇ ਹੁਣ ਆ ਗਏ, ਸੌਣ ਨਹੀਂ ਦੇਣਾ ਲੋਕਾਂ ਨੇ। ਮੈਨੂੰ ਲੱਗਦਾ ਤੋਂ ਬਾਅਦ ਵੀ ਉਹ ਕਹਿਣਗੇ ਕੁਛ ਹੋਰ ਕਰੋ, ਬੈਠੋ। ਤੇ ਇਹ ਤਜਰਬਾ ਸ਼ਾਇਦ ਆਉਣ ਵਾਲੇ ਅੰਦੋਲਨਾਂ ਨੂੰ ਇੱਕ ਬਿਹਤਰ ਰਸਤਾ ਜ਼ਰੂਰ ਦਿਖਾਏਗਾ। ਅੱਛਾ ਅਮੀਰ ਜੀ, ਤੁਸੀਂ ਕਮੇਟੀ ਦੀ ਗੱਲ ਕੀਤੀ ਹੈ ਵੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਮੇਟੀ ਬਣੀ ਜਾਊਗੀ, ਪਰ ਇੱਕ ਵੱਡੀ ਚੀਜ਼ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹ ਹੁਣ ਕਿੱਥੇ ਠਹਿਰਦੀ ਹੈ? ਤੇ ਅੱਜ ਉਹਨਾਂ ਦੇ ਇੱਕ ਮੈਂਬਰ ਅਨਿਲ ਘਨਵਰਤ ਨੇ ਕਿਹਾ ਵੀ ਸਰਕਾਰ ਪਛਾਂ ਖਿੱਚੂ ਕਦਮ ਲਿਆ ਆਪਣੇ ਸਿਆਸੀ ਮਫਾਦ ਲਈ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ ਬਿਲਕੁਲ, ਉਹ ਜਿਹੜਾ ਉਹ 3 ਮੈਂਬਰੀ ਕਮੇਟੀ ਸੀ, 4 ਮੈਂਬਰੀ, ਜਿਹਦੇ ਤੋਂ ਸਾਡੇ ਵਾਲੇ ਭੁਪਿੰਦਰ ਮਾਨ ਵਾਪਸ ਹੋ ਗਏ ਸੀ ਕਿਉਂਕਿ ਅੰਦੋਲਨ ਐਡਾ ਵੱਡਾ ਸੀ, ਇਹ ਪੰਜਾਬ 'ਚ ਜਿਉਣ ਦੇ ਵਾਸਤੇ ਰਹਿਣ ਦੇ ਵਾਸਤੇ ਜ਼ਰੂਰੀ ਸੀ ਜੇ ਕਿਸਾਨਾਂ ਨਾਲ ਸੰਪਰਕ ਰੱਖਣਾ। ਬਾਕੀ 3 ਮੈਂਬਰ ਜਿਹੜੇ ਕਾਰਪੋਰੇਟ ਫਿਲਾਸਫੀ ਦੇ ਮੈਂਬਰ ਨੇ, ਚਾਹੇ ਅਸ਼ੋਕ ਗੁਲਾਟੀ ਹਰ ਹਫ਼ਤੇ ਇੰਡੀਅਨ ਐਕਸਪ੍ਰੈਸ 'ਚ ਆਰਟੀਕਲ ਲਿਖਦਾ, ਉਹ ਸਾਰੇ ਬੰਦੇ ਤਾਂ ਜੋ ਚੀਕ ਕੇ ਕਹਿ ਰਹੇ ਨੇ 20 ਸਾਲਾਂ ਤੋਂ ਕਿ ਐਵੇਂ ਕਰੋ, ਉਹਨਾਂ ਨੂੰ ਤਾਂ ਲੱਗੂਗਾ ਹੀ। ਉਹ ਕਹਿੰਦਾ ਉਹ ਜਿਹੜਾ ਬੰਦਾ ਲਾਈਨ 'ਚ ਖੜ੍ਹਾ, 2 ਰੌਲੇ ਨੇ, ਇੱਕ ਕੇਸ ਚੱਲ ਰਿਹਾ, ਮੁਕੱਦਮਾ ਚੱਲ ਰਿਹਾ ਕੋਰਟ ਦੇ ਵਿੱਚ, ਇੱਕ ਵਕੀਲ ਮਤਲਬ ਵਿਕਟਮ ਦੇ ਪੱਖ ਦੇ ਵਿੱਚ ਹੈ, ਪੀੜਤ ਦੇ ਪੱਖ ਦੇ ਵਿੱਚ ਹੈ, ਦੂਜਾ ਵਕੀਲ ਕਾਤਲ ਦੇ ਪੱਖ ਦੇ ਵਿੱਚ ਹੈ। ਦੋਨਾਂ 'ਚੋਂ ਫੈਸਲਾ ਆਪੋ ਆਪਣਾ ਜ਼ੋਰ ਲਾਉਣਾ ਹੁੰਦਾ ਹਮੇਸ਼ਾ ਹੀ, ਅਤੇ ਜਿਹੜੀ ਧਿਰ ਮਤਲਬ ਸਾਬਤ ਕਰ ਦਿੰਦੀ ਆ ਜ਼ਿਆਦਾ, ਤਾਂ ਉਹ ਧਿਰ ਜੇਤੂ ਹੁੰਦੀ ਹੈ। ਇਸ ਅੰਦੋਲਨ ਦੇ ਵਿੱਚ ਕਾਰਪੋਰੇਟ ਦੇ ਵਕੀਲਾਂ ਦੀ ਧਿਰ ਮੇਰੇ ਖਿਆਲ ਹਾਰ ਗਈ ਹੈ। ਉਹਦਾ ਲੌਜਿਕ ਕੰਮ ਨਹੀਂ ਕੀਤਾ ਲੋਕਾਂ ਦੇ ਜਨਤਕ ਉਭਾਰ ਦੇ ਸਾਹਮਣੇ। ਇਹੀ ਡੈਮੋਕ੍ਰੇਸੀ ਦੀ ਖੂਬਸੂਰਤੀ ਵੀ ਹੈ ਇੱਕ, ਕਿ ਜਿੱਥੇ ਪੈਸਾ ਅਤੇ ਤਾਕਤ ਕੰਮ ਨਹੀਂ ਕਰਦੀ, ਉੱਥੇ ਲੋਕਾਂ ਦਾ ਸਬਰ ਅਤੇ ਲੋਕਾਂ ਦੀ ਸਮਝ ਕੰਮ ਕਰਦੀ ਹੈ। ਦੂਜੀ ਸਾਰੀ ਚੀਜ਼ ਨੂੰ ਹਰਾਉਣ ਦਾ ਇੱਕੋ ਇੱਕ ਤਰੀਕਾ ਹੁੰਦਾ। ਇਸੇ ਲਈ ਉਹ ਜਿਹੜੇ ਕਹਿੰਦੇ ਨੇ ਉਹ 3 ਮੈਂਬਰ, ਉਹਨੂੰ ਤਾਂ ਕਿਸਾਨਾਂ ਨੇ ਕਦੇ ਪ੍ਰਵਾਹ ਨਹੀਂ ਨਾ ਕੀਤਾ ਵੀ ਤੁਹਾਡੀ ਕਮੇਟੀ ਹੈ, ਜੋ ਮਰਜ਼ੀ ਕਰੇ, ਉਹ ਚੰਗਾ ਕਰੇ ਮਾੜਾ ਕਰੇ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਕੋਈ ਜਥੇਬੰਦੀ ਜਾ ਕੇ ਉਹਦੇ ਕੋਲ ਪੇਸ਼ ਨਹੀਂ ਹੋਈ। ਅਤੇ ਹੁਣ ਜਿਹੜੀ ਨਵੀਂ ਕਮੇਟੀ ਬਣੂਗੀ ਉਹ 4 ਮੈਂਬਰ ਹੀ ਨਹੀਂ ਬਣੂਗੀ। ਉਹ ਕਮੇਟੀ ਦਾ ਮਤਲਬ ਹੈ ਉਹ 'ਚ ਬਹੁ ਗਿਣਤੀ ਜਾਂ ਅੱਧੇ ਨੁਮਾਇੰਦੇ ਕਿਸਾਨੀ 'ਚੋਂ ਹੋਣਗੇ, ਕਿਸਾਨ ਜਾਂ ਉਹਨਾਂ ਵੱਲੋਂ ਦਿੱਤੇ ਅਰਥ ਸ਼ਾਸਤਰੀ ਹੋਣਗੇ, ਅਤੇ ਫਿਰ ਉਹਦੀ ਬਰਾਬਰ ਦੀ ਵੋਟਿੰਗ ਪੈਟਰਨ ਹੋਏਗਾ, ਫੈਸਲਾ ਕੁਨ ਤਾਕਤ ਹੋਏਗੀ। ਫਿਰ ਉਹ ਇਕੱਲੀ ਰਿਕਮੈਂਡੇਟਰੀ ਬਾਡੀ ਨਾ ਹੋਵੇ, ਉਹ ਦੋਨਾਂ 'ਤੇ ਬਾਈਂਡਿੰਗ ਹੋਣੀ ਚਾਹੀਦੀ ਹੈ ਜਿਹੜੀ ਵੀ ਚੀਜ਼ ਨੂੰ ਉਸ ਲੈਵਲ 'ਤੇ ਹੋਣੀ ਹੈ। ਇਸ ਕਰਕੇ ਕਮੇਟੀਆਂ ਦੀ ਬਣਤਰ ਬਹੁਤ ਕੁਝ ਕਹਿ ਜਾਂਦੀ ਹੈ। ਜੇ ਹੁਣ ਵੀ ਉਹ ਕਹਿਣ ਵੀ ਅਸੀਂ ਬਣਾ ਦਿੰਦੇ ਹਾਂ, ਭਰੋਸਾ ਤਾਂ ਹੈ ਨਹੀਂ, ਫਿਰ ਉਹ ਕਹਿਣਗੇ ਹੁਣ ਸਾਡੀ ਗੱਲ ਮੰਨੋ, ਦੁਬਾਰਾ ਫਿਰ ਉਹ ਏਡੇ ਅੰਦੋਲਨ ਬਾਰ ਨਹੀਂ ਨਾ ਹੁੰਦੇ। ਅਤੇ ਇਸ ਕਰਕੇ ਜੇ ਜਸਟਿਸ ਦੀ ਗੱਲ ਹੈ, ਜਿਹੜੀ ਇਨਸਾਫ ਦੀ ਗੱਲ ਹੈ, ਇਨਸਾਫ ਇਸ ਗੱਲ ਦਾ ਤਕਾਜ਼ਾ ਕਰਦਾ ਕਿ ਵੈਸੇ ਤਾਂ ਪਾਰਲੀਮੈਂਟ ਦੇ ਵਿੱਚ ਵੀ, ਅਤੇ ਪਾਰਲੀਮੈਂਟ ਤੋਂ ਬਾਅਦ ਪਹਿਲਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ, ਉਦੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਵੀ ਕੰਸਲਟੇਸ਼ਨ ਹੋਣੀਆਂ ਬਹੁਤ ਜ਼ਰੂਰੀ ਸੀ।
ਜੇ ਕਿਸੇ ਐਡੇ ਵੱਡੇ ਤਬਕੇ ਲਈ ਤੁਸੀਂ ਕਾਨੂੰਨ ਬਣਾਉਣਾ ਹੈ। ਹੁਣ ਜੇ ਨਹੀਂ ਚਲੋ ਉੱਥੇ ਵਗ ਗਿਆ ਤਾਂ ਉੱਥੇ ਕਮੇਟੀ ਤਾਂ ਬਰਾਬਰ ਦੀ ਬਣਾਉਂਗੇ ਨਾ, ਉਹਦੇ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਤੇ ਦੂਜੀਆਂ ਕਮੇਟੀਆਂ ਡਿਫੰਕਟ ਹੋ ਗਿਆ, ਹੁਣ ਸੁਪਰੀਮ ਕੋਰਟ ਦਾ ਵੀ ਕੋਈ ਲਾਗਾ ਦੇਗਾ ਨਹੀਂ, ਤੇ ਹੁਣ ਬਾਕੀ ਨਹੀਂ। ਜਦੋਂ ਪਾਰਲੀਮੈਂਟ ਦੇ ਇਸ ਕਾਨੂੰਨ ਤੇ ਸਟੇ ਕੀਤੀ ਹੈ ਨਾ, ਵੈਸੇ ਤਾਂ ਜਿਹੜੇ ਮਾਹਰ ਸੀ ਇਹਦੇ ਤੇ ਜੱਜ ਲਿਖਿਆ ਵੀ ਲੋਕਾਂ ਨੇ, ਉਹ ਇਹ ਲਿਖਿਆ ਕਿ ਸੁਪਰੀਮ ਕੋਰਟ ਨੇ ਜਿਹੜਾ ਸਟੇ ਲਾਈ ਹੈ ਉਹ ਕੋਈ ਕਾਨੂੰਨੀ ਦਾਇਰੇ 'ਚ ਨਹੀਂ ਆਉਂਦੀ। ਪਾਰਲੀਮੈਂਟ ਵਜੋਂ ਬਣਾਏ ਕਾਨੂੰਨ ਤੇ ਸੁਪਰੀਮ ਕੋਰਟ ਐਂ ਸਟੇ ਨਹੀਂ ਕਰ ਸਕਦੀ। ਉਹ ਉਹਦੀ ਸੰਵਿਧਾਨਕ ਵੈਧਤਾ ਨੂੰ ਚੈਲੰਜ ਕਰ ਸਕਦੀ ਹੈ ਤੇ ਫਿਰ ਉਹਨੂੰ ਖਤਮ ਕਰਨ ਦਾ ਆਰਡਰ ਕਰੂਗੀ, ਜਾਂ ਉਹਨੂੰ ਜਸਟੀਫਾਈ ਕਰੂ ਜਾਂ ਉਹਨੂੰ ਖਤਮ ਕਰਨ ਦਾ ਆਰਡਰ ਕਰੇਗੀ। ਇਸ ਲਈ ਮੈਨੂੰ ਲੱਗਦਾ ਉਹ ਮਿਲ ਮਿਲਾ ਕੇ ਇੱਕ ਸਿਸਟਮ ਜਿਹੜਾ ਚੱਲਦਾ ਸੀ ਉਹਦਾ ਰੋਲ ਖਤਮ ਹੋ ਗਿਆ ਉਸ ਸਾਰੇ ਮਾਮਲੇ ਦਾ। ਅੱਛਾ ਹਮੀਰ ਜੀ, ਇੱਕ ਛੋਟਾ ਜਿਹਾ ਹੁਣ ਲਾਸਟ ਸਵਾਲ ਹੈ, ਇਸ ਫੈਸਲੇ ਦਾ ਪੰਜਾਬ ਦੇ ਸਿਆਸੀ ਜਿਹੜਾ ਮਾਹੌਲ ਆ ਉਹ 'ਤੇ ਕੀ ਅਸਰ ਪਏਗਾ? ਕੀ ਬੀਜੇਪੀ ਵਾਲਿਆਂ ਨੂੰ, ਜਿਨ੍ਹਾਂ ਨੂੰ ਜਾਂ ਹੋਰ ਪਾਰਟੀਆਂ ਨੂੰ ਜਿਨ੍ਹਾਂ ਨੂੰ ਕਿਸਾਨਾਂ ਨੇ ਪਿੰਡਾਂ 'ਚ ਵੜਨ ਤੋਂ ਰੋਕਿਆ ਹੋਇਆ, ਉਹ ਹੁਣ ਖੁੱਲ੍ਹ ਕੇ ਪ੍ਰਚਾਰ ਕਰ ਸਕਣਗੇ? ਹਾਂ, ਹੁਣ ਇਹ ਗੱਲ ਤਾਂ ਫਿਰ ਉਹ ਤਾਂ ਚੈਲੰਜ ਨਹੀਂ ਬਚੂਗਾ ਨਾ, ਕਿਸਾਨਾਂ ਨੂੰ ਇਹ ਤਾਂ ਕਹਿਣਾ ਹੀ ਪਏਗਾ। ਹੁਣ ਤੁਸੀਂ ਆਪਣੀ ਪਾਲਿਟਿਕਸ, ਕਿਸਾਨਾਂ ਨੇ ਕੀ ਕਿਹਾ ਸੀ ਦੂਜਿਆਂ ਨੂੰ ਵੀ ਇਹ ਕਿਹਾ ਸੀ ਵੀ ਜਾਂ ਤਾਂ ਚੋਣਾਂ ਦਾ ਨੋਟੀਫਿਕੇਸ਼ਨ ਹੋ ਜਾਣ ਦਿਓ ਜਾਂ ਸਾਡਾ ਮੋਰਚਾ ਮੁੱਕ ਲੈਣ ਕੋਈ ਵੀ। ਚਲੋ ਜੇ ਨਾ ਪਹਿਲਾਂ ਮੁੱਕਿਆ, ਜਿੱਦਾਂ ਨੋਟੀਫਿਕੇਸ਼ਨ ਹੋ ਜਾਂਦਾ ਉਦੋਂ ਤੁਸੀਂ ਕਰਨਾ, ਤੁਸੀਂ ਆਪਣੀਆਂ ਰੈਲੀਆਂ ਕਰਿਓ, ਉਦੋਂ ਪਹਿਲਾਂ ਸਾਡੀ ਉਹ ਨਾ ਤੋੜੋ। ਇੱਕ ਤਾਂ ਸਾਰੀਆਂ ਪਾਰਟੀਆਂ ਹੁਣ ਤੋਂ ਜੇ ਅੰਦੋਲਨ ਦੀ ਸਹਿਮਤੀ ਹੋਊਗੀ ਤਾਂ ਆਜ਼ਾਦ ਨੇ ਆਪਣਾ ਆਪਣਾ ਕੰਮ ਕਰਨਗੀਆਂ। ਕਿਸਾਨ ਕਿਉਂ ਉਹਨੂੰ, ਹਾਂ ਸਵਾਲ ਤਾਂ ਕਿਸੇ ਨੂੰ ਵੀ ਉਹ ਫਿਰ ਵੀ ਪੁੱਛ ਸਕਦੇ ਨੇ ਐਜ ਏ ਵੋਟਰ ਵੀ ਤੁਸੀਂ ਸਾਡੇ ਨਾਲ ਆਹ ਵਾਅਦਾ ਕੀਤਾ ਸੀ, ਆਹ ਪੂਰਾ ਨਹੀਂ ਕੀਤਾ, ਆਹ ਕੀਤਾ ਸੀ, ਆਹ ਪੂਰਾ ਨਹੀਂ ਕੀਤਾ। ਬੀਜੇਪੀ ਦਾ ਇਸ ਕਰਕੇ ਘਰਾਓ ਸੀ ਸਾਰੇ ਕਿਤੇ, ਔਰ ਕਿਉਂਕਿ ਉਹ ਮੰਨ ਹੀ ਨਹੀਂ ਰਹੀ, ਉਹ ਆਪਣੀ ਤਾਕਤ ਦੇ ਆਸਰੇ ਕਾਨੂੰਨ ਲਿਆ ਰਹੀ ਸੀ, ਤੇ ਉਹ ਵੀ ਮੇਰੇ ਖਿਆਲ ਹੈ ਹੁਣ ਘਰਾਓ ਵਾਲੀ ਜ਼ਰੂਰਤ ਨਹੀਂ ਬਚੂਗੀ। ਹੁਣ ਤਾਂ ਲੈਵਲ ਪਲੇਇੰਗ ਫੀਲਡ ਹੋ ਜਾਏਗਾ। ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੱਡੀ ਹੋ ਗਈ ਹੈ, ਤੇ ਜਿਹੜਾ ਹਜ਼ਾਰਾਂ ਬੰਦਾ ਪੈਦਾ ਹੋ ਗਿਆ ਪੰਜਾਬ 'ਚ ਜਿਹੜਾ ਸਵਾਲ ਪੁੱਛਣ ਲਈ ਖੜਾ ਪਿੰਡ ਪਿੰਡ ਮਤਲਬ ਖੜ੍ਹ ਕੇ, ਉਹਨੂੰ ਕਿਸਾਨ ਅੰਦੋਲਨ ਕਿਹੜਾ ਜਵਾਬ ਦੇਗਾ ਨਾ ਵੀ ਅੱਗੇ ਵੋਟ ਕਿਹਨੂੰ ਪਾਉਣੀ ਹੈ। ਅੱਗੇ ਖੜੂਗਾ ਪੰਜਾਬ ਦੇ ਵਿੱਚ ਨਵੇਂ ਸਿਆਸੀ ਸਮੀਕਰਨ ਬਣਨਗੇ। ਇੱਕ ਗੱਲ ਮੈਸੇਜ ਚੱਲਿਆ ਜਾ ਰਿਹਾ ਤੁਹਾਡੇ ਸਾਹਮਣੇ ਹੈ ਕਿ ਕਿਸਾਨ ਅੰਦੋਲਨ ਦੇ ਆਗੂਆਂ 'ਚੋਂ ਅੱਜ ਵੀ ਜੇਕਰ ਇਹਨਾਂ ਰਵਾਇਤੀ ਪਾਰਟੀਆਂ 'ਚ ਕੋਈ ਵੀ ਚਲਾ ਗਿਆ, ਉਹਦਾ ਹਾਲ ਉਹ ਕੁੜੀ ਸੋਨੀਆ ਵਰਗਾ ਹੀ ਹੋਣਾ। ਤੁਸੀਂ ਦੇਖੋ ਪਹਿਲਾਂ ਐਲਾਨ ਕਰਦੀ ਸੀ ਨਾ, ਜਦੇ ਇਲਾਕੇ ਵਾਲਿਆਂ ਨੇ ਕਿਹਾ ਸੀ ਨਹੀਂ, ਰੁਕ ਗਈ, ਐਲਾਨ ਦੇ ਲਈ ਪ੍ਰੈਸ ਨੋਟ ਵੀ ਆ ਗਿਆ ਸੀ, ਸਭ ਕੁਝ ਹੋ ਗਿਆ ਸੀ। ਇਸ ਲਈ ਪਤਾ ਨਹੀਂ, ਇਹ ਇੱਕ ਅੰਦੋਲਨ ਦੇ ਵਿੱਚ ਇੱਕ ਮਾਨਸਿਕਤਾ ਬਣ ਗਈ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹ ਸਾਡੇ ਪੱਖ 'ਚ ਨਹੀਂ ਹੈ, ਇਹ ਸਾਡਾ ਭਲਾ ਨਹੀਂ ਕਰ ਸਕਦੀਆਂ, ਕੋਈ ਨਵਾਂ ਤਰੀਕਾ ਚਾਹੀਦਾ। ਹੁਣ ਉਹ ਨਵੇਂ ਤਰੀਕੇ ਦੀ ਜ਼ਿੰਮੇਵਾਰੀ ਵੀ ਜਦੋਂ ਉੱਥੇ ਜਿੱਤ ਕੇ ਆ ਗਏ, ਹੁਣ ਤੱਕ ਤਾਂ ਕਿਸਾਨ ਇਹ ਕਹਿੰਦੇ ਸੀ ਵੀ ਅਸੀਂ ਤਾਂ ਮੋਰਚੇ 'ਚ ਆ, ਮੋਰਚਾ ਸਾਡੀ ਪਹਿਲੀ ਤਰਜੀਹ ਹੈ, ਅਸੀਂ ਮੋਰਚਾ ਨਹੀਂ ਤੋੜ ਸਕਦੇ। ਇਸ ਗੱਲ 'ਤੇ ਬਿਲਕੁਲ ਵਾਜਬ ਗੱਲ ਸੀ ਇਹ। ਪਰ ਹੁਣ ਕੀ ਜਵਾਬ ਦੇਣਾ ਅੱਗੇ ਆ ਕੇ, ਇਸ ਤੋਂ ਬਾਅਦ ਅਗਲਾ ਸਵਾਲ ਜਿਹੜੀਆਂ ਸੰਭਾਵਨਾਵਾਂ ਪਈਆਂ ਨੇ ਇਹ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡਾ ਸਵਾਲ ਹੈ ਕਿਸਾਨ ਆਗੂਆਂ ਦੇ ਸਾਹਮਣੇ। ਔਖਾ ਸਵਾਲ ਵੀ ਹੈ, ਪਰ ਔਖਾ ਸਵਾਲ ਵੀ ਕੱਢਣਾ ਤਾਂ ਪੈਣਾ ਹੀ ਹੈ, ਨਹੀਂ ਤਾਂ ਕੰਮ ਚੱਲਣਾ ਨਹੀਂ ਹੈ। ਲੋਕ ਤਾਂ ਉਹਨਾਂ ਨੂੰ ਕਹਿਣਗੇ ਤੁਸੀਂ ਕੀ ਕਰਨਾ। ਇਹ ਹੁਣ ਉਦੋਂ ਬਾਅਦ ਆ ਕੇ ਜਿਹੜੀਆਂ ਇਹ ਮੀਟਿੰਗਾਂ ਕਰਕੇ ਜੋ ਫੈਸਲੇ ਲੈਣਗੇ ਉਹਨਾਂ 'ਤੇ ਨਿਰਭਰ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਅੱਜ ਲਈ ਇੰਨਾ ਹੀ। ਇਜਾਜ਼ਤ ਦਿਓ, ਕੱਲ੍ਹ ਨੂੰ ਫੇਰ ਮਿਲਾਂਗੇ। ਧੰਨਵਾਦ।